Hello, good evening, students. Let's continue the second part of chapter 1, Hassan's attendance problem. In the part 1, we have seen that the narrator is telling about Hassan, who is a bright student, tall, handsome, with a very good memory, but he was irregular. When the teacher tried to tell about him to his parents, the parents started arguing and blaming each other, and there was no use of that meeting. Meanwhile, Hassan completes his MCA with the same irregular style, but he always got first class marks because he did his job through the guesswork. ਸੋ ਬੱਚਿਓ ਪਾਰਟ 1 'ਚ ਅਸੀਂ ਪੜ੍ਹਿਆ ਸੀ ਕਿ ਕਿਸ ਤਰ੍ਹਾਂ ਸੁਧਾ ਮੂਰਤੀ ਜੀ ਆਪਣੇ ਇੱਕ ਸਟੂਡੈਂਟ ਬਾਰੇ ਦੱਸ ਰਹੇ ਨੇ ਕਿ ਉਹ ਬੜਾ ਹੁਸ਼ਿਆਰ ਸੀ, ਦੇਖਣ 'ਚ ਬੜਾ ਹੈਂਡਸਮ ਸੀ, ਲੇਕਿਨ ਉਹ ਕਾਲਜ ਘੱਟ ਆਉਂਦਾ ਸੀ, ਲੇਕਿਨ ਫਿਰ ਵੀ ਫਸਟ ਕਲਾਸ ਨੰਬਰ ਲੈ ਕੇ ਪਾਸ ਹੋ ਗਿਆ। ਵਿੱਚ ਨੂੰ ਉਸਦੇ ਮਾਤਾ ਪਿਤਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਇਰੈਗੂਲਰ ਹੈ, ਧਿਆਨ ਨਹੀਂ ਦੇ ਰਿਹਾ, ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਹੁਣ ਸਾਡਾ ਸਵਾਲ ਇਹ ਹੈ ਕਿ ਅਗਰ ਉਹ ਫਸਟ ਕਲਾਸ ਮਾਰਕਸ ਲੈ ਹੀ ਗਿਆ ਤਾਂ ਫਿਰ ਟੈਨਸ਼ਨ ਕੀ ਹੈ? ਟੈਨਸ਼ਨ ਇਹ ਹੈ ਕਿ ਲਾਈਫ ਦੇ ਵਿੱਚ ਫਿਰ ਅੱਗੇ ਜਾ ਕੇ ਉਸ ਨਾਲ ਕੀ ਹੁੰਦਾ ਹੈ। ਲੈਟਸ ਸੀ ਇਨ ਪਾਰਟ 2। ਮੈਡਮ, thank you for teaching me for the last 3 years. Because of your kind heart, I could get all my attendance. I wish all teachers were like you in the college I loved. ਤਾਂ ਹਸਨ ਜਦੋਂ ਡਿਗਰੀ ਪੂਰੀ ਹੁੰਦੀ ਹੈ ਆਪਣੀ ਟੀਚਰ ਨੂੰ ਆ ਕੇ ਉਸ ਦੇ ਲਈ ਧੰਨਵਾਦ ਕਰਦਾ ਹੈ ਕਿ ਤੁਸੀਂ ਮੇਰੀ ਇੰਨੀ ਮਦਦ ਕੀਤੀ ਮੈਡਮ, ਤੁਹਾਡਾ ਦਿਆਲੂ ਦਿਲ ਸੀ, ਤੁਸੀਂ ਮੇਰੀ ਅਟੈਂਡੈਂਸ ਪੂਰੀ ਕਰ ਦਿੰਦੇ ਸੀ ਔਰ ਇਸ ਤਰ੍ਹਾਂ ਮੇਰਾ ਕਾਲਜ ਪੂਰਾ ਹੋ ਗਿਆ। ਕਾਸ਼ ਤੁਹਾਡੇ ਵਰਗੇ ਹੁੰਦੇ ਸਾਰੇ ਟੀਚਰਸ। ਤਾਂ ਸੁਧਾ ਮੂਰਤੀ ਹੱਸਣ ਲੱਗ ਗਏ। ਗੋਡ ਵਿਲਿੰਗ ਵਿਲ ਮੀਟ ਅਗੇਨ, ਪਰਮਾਤਮਾ ਨੇ ਚਾਹਿਆ ਤਾਂ ਅਸੀਂ ਦੁਬਾਰਾ ਮਿਲਾਂਗੇ ਹਸਨ। But I did not meet Hassan for a long time. I forgot all about him. ਸੁਧਾ ਮੂਰਤੀ ਕਹਿੰਦੇ ਉਸ ਤੋਂ ਬਾਅਦ ਮੈਂ ਬਹੁਤ ਦੇਰ ਹਸਨ ਨੂੰ ਨਹੀਂ ਮਿਲੀ, ਮੈਂ ਸਭ ਭੁੱਲ ਗਈ ਹਸਨ ਬਾਰੇ। Years passed. बहुत साल बीत गए। आई टॉट मैनी स्टूडेंट्स, ਇੰਨੇ ਸਾਲ 'ਚ ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾ ਦਿੱਤਾ। ਸਮ ਆਫ ਦੈਮ ਬਿਕੇਮ ਵੈਰੀ ਗੁੱਡ ਹਿਊਮਨ ਬੀਇੰਗਸ, ਕਈ ਉਹਨਾਂ 'ਚੋਂ ਬਹੁਤ ਅੱਛੇ ਇਨਸਾਨ ਬਣ ਗਏ। ਸਮ ਬਿਕੇਮ ਫੇਮਸ, ਕਈ ਮਸ਼ਹੂਰ ਬਣ ਗਏ। ਸਮ ਬਿਕੇਮ ਰਿਚ, ਕਈ ਅਮੀਰ ਬਣ ਗਏ। ਐਂਡ ਸਮ ਰਿਮੇਨਡ ਆਰਡੀਨਰੀ, ਅਤੇ ਕੁਝ ਆਮ ਇਨਸਾਨ ਹੀ ਰਹੇ। ਐਜ਼ ਫਾਰ ਐਜ਼ ਆਈ ਵਾਜ਼ ਕੰਸਰਨਡ, ਦੇ ਵਰ ਲਾਈਕ ਮਾਈ ਚਿਲਡਰਨ। ਜਿੱਥੇ ਤੱਕ ਮੇਰੇ ਸਟੂਡੈਂਟਸ ਦੀ ਗੱਲ ਹੈ, ਮੇਰੀ ਗੱਲ ਹੈ, ਮੈਨੂੰ ਮੇਰੇ ਵਿਦਿਆਰਥੀ ਆਪਣੇ ਬੱਚਿਆਂ ਵਰਗੇ ਹੀ ਲੱਗਦੇ ਸੀ। ਸਮ ਰਿਮੈਂਬਰ ਮੀ ਸਟਿਲ ਐਂਡ ਸੈਂਡ ਇਨਵੀਟੇਸ਼ਨਸ ਟੂ ਵੈਡਿੰਗਸ, ਨੇਮਿੰਗ ਸੈਰਮਨੀਜ਼, ਹਾਊਸ ਵਾਰਮਿੰਗਸ ਐਟਸੈਟਰਾ। ਕਈ ਲੋਕ ਹਨ ਜੋ ਹਾਲੇ ਵੀ ਮੈਨੂੰ ਯਾਦ ਕਰਦੇ ਹਨ, ਮੇਰੇ ਬੱਚੇ, ਅਤੇ ਮੈਨੂੰ ਆਪਣੇ ਘਰ ਵੱਖੋ ਵੱਖਰੇ ਫੰਕਸ਼ਨਸ 'ਤੇ ਬੁਲਾਉਂਦੇ ਰਹਿੰਦੇ ਹਨ। If I am in town, I definitely try and attend because for me their immense love is my strength. ਤਾਂ ਸੁਧਾ ਮੂਰਤੀ ਕਹਿੰਦੇ ਕਿ ਅਗਰ ਮੈਂ ਸ਼ਹਿਰ 'ਚ ਹੁੰਦੀ ਹਾਂ ਤਾਂ ਮੈਂ ਜ਼ਰੂਰ ਉਹਨਾਂ ਦੇ ਫੰਕਸ਼ਨ 'ਚ ਸ਼ਾਮਿਲ ਹੁੰਦੀ ਹਾਂ, ਕਿਉਂਕਿ ਮੇਰੇ ਬੱਚਿਆਂ ਦਾ ਇਹ ਬੇਸ਼ੁਮਾਰ ਪਿਆਰ ਹੀ ਮੇਰੀ ਤਾਕਤ ਹੈ। ਇਮੈਂਸ ਮਤਲਬ ਬਹੁਤ ਸਾਰਾ, ਸਟਰੈਂਥ ਮਤਲਬ ਤਾਕਤ। One Monday morning, my secretary told me that a person wanting to sell the latest software in the high school teaching wanted to teach me. ਹੁਣ ਇਹ ਮੋਸਟ ਇੰਪੋਰਟੈਂਟ ਪਾਰਟ ਹੈ ਬੱਚੋ, ਧਿਆਨ ਨਾਲ ਸੁਣਾ। ਇੱਕ ਸੋਮਵਾਰ ਦੀ ਸਵੇਰ ਮੇਰੀ ਸੈਕਟਰੀ ਨੇ ਮੈਨੂੰ ਆ ਕੇ ਦੱਸਿਆ ਕਿ ਕੋਈ ਨਵਾਂ ਸੋਫਟਵੇਅਰ ਵੇਚਣ ਵਾਲੇ ਆਏ ਨੇ ਅਤੇ ਮੈਨੂੰ ਮਿਲਣਾ ਚਾਹੁੰਦੇ ਆ। I was extremely busy and piles of unanswered letters were looking at me accusingly. ਮੈਂ ਬੇਇੰਤਹਾ ਵਿਅਸਤ ਸੀ ਔਰ ਉੱਥੇ ਪਾਇਲਸ ਢੇਰ ਲੱਗਿਆ ਪਿਆ ਸੀ। ਕਾਹਦਾ? ਅਨਆਨਸਰਡ ਲੈਟਰਸ, ਉਹ ਸਾਰੀਆਂ ਚਿੱਠੀਆਂ ਜਿਨ੍ਹਾਂ ਦੇ ਮੈਂ ਜਵਾਬ ਦੇਣੇ ਸੀ, ਹਾਲੇ ਦਿੱਤੇ ਨਹੀਂ ਸੀ। ਤਾਂ ਉਹ ਸਾਰਾ ਢੇਰ ਮੇਰੇ ਵੱਲ ਘੂਰ ਕੇ ਵੇਖ ਰਿਹਾ ਸੀ। ਆਈ ਹੈਡ ਨੋ ਟਾਈਮ ਟੂ ਟਾਕ ਟੂ ਅ ਸੇਲਸ ਪਰਸਨ। ਸੋ ਇਸ ਤਰ੍ਹਾਂ ਸੋਫਟਵੇਅਰ ਵੇਚਣ ਵਾਲੇ ਕਿਸੇ ਸੇਲਸ ਪਰਸਨ ਕੋਲ ਗੱਲ ਕਰਨ ਦਾ ਤਾਂ ਮੇਰੇ ਕੋਲ ਬਿਲਕੁਲ ਹੀ ਟਾਈਮ ਨਹੀਂ ਸੀ। ਸੋ ਆਈ ਟੋਲਡ ਹਰ, ਤਾਂ ਮੈਂ ਆਪਣੀ ਸੈਕਟਰੀ ਨੂੰ ਕਿਹਾ, ਹੀ ਕੈਨ ਮੀਟ ਸਮਵਨ ਐਲਸ, ਆਈ ਡੋਂਟ ਹੈਵ ਟਾਈਮ। ਉਸਨੂੰ ਕਹੋ ਕਿ ਕਿਸੇ ਹੋਰ ਨੂੰ ਮਿਲੇ, ਮੇਰੇ ਕੋਲ ਕੋਈ ਸਮਾਂ ਨਹੀਂ ਹੈ।
But my secretary said he was insisting he wanted to meet only me and that he was my student. लेकिन ਸੈਕਟਰੀ ਨੇ ਕਿਹਾ ਕਿ ਉਹ ਤਾਂ ਇਨਸਿਸਟ ਕਰ ਰਿਹਾ, ਜ਼ਿੱਦ ਕਰ ਰਿਹਾ ਕਿ ਉਹ ਸਿਰਫ ਤੇ ਸਿਰਫ ਤੁਹਾਨੂੰ ਹੀ ਮਿਲਣਾ ਚਾਹੁੰਦਾ ਹੈ ਔਰ ਉਹ ਕਹਿ ਰਿਹਾ ਕਿ ਉਹ ਤੁਹਾਡਾ ਸਟੂਡੈਂਟ ਹੈ. ਸ਼ੀ ਨਿਊ ਹਾਊ ਫੌਂਡ ਆਈ ਵਰ ਆਫ ਮਾਈ ਸਟੂਡੈਂਟਸ. ਮੇਰੀ ਸੈਕਟਰੀ ਨੂੰ ਪਤਾ ਸੀ ਕਿ ਮੈਂ ਆਪਣੇ ਵਿਦਿਆਰਥੀਆਂ ਨੂੰ ਕਿੰਨਾ ਪਿਆਰ ਕਰਦੀ ਹਾਂ. ਸੋ ਸ਼ੀ ਹੈਡ ਨਾਟ ਬੀਨ ਅਨਏਬਲ ਟੂ ਸੇ ਨੋ ਟੂ ਹਿਮ. ਤਾਂ ਮੈਂ ਇਸ ਕਰਕੇ ਸੈਕਟਰੀ ਕਹਿੰਦੀ ਹੈ ਕਿ ਮੈਂ ਉਸਨੂੰ ਮਨਾ ਨਹੀਂ ਕਰ ਪਾਈ. ਇਨ ਦੈਟ ਕੇਸ ਲੈਟ ਹਿਮ ਸੀ ਮੀ ਐਟ 2 PM. ਠੀਕ ਹੈ, ਇਹੋ ਜਿਹੀ ਗੱਲ ਹੈ ਤਾਂ ਸੁਧਾ ਮੂਰਤੀ ਕਹਿੰਦੇ ਕਿ ਉਸਨੂੰ 2 ਵਜੇ ਮੇਰੇ ਕੋਲ ਭੇਜ ਦਿਓ. ਇਨ ਦ ਆਫਟਰਨੂਨ ਅ ਮੈਨ ਆਫ ਅਬਾਊਟ 35 years. ਧਿਆਨ ਨਾਲ ਸੁਣੋ, ਹੁਣ ਉਹ ਆਦਮੀ ਕਿਹੋ ਜਿਹਾ ਹੈ ਜੋ ਸੁਧਾ ਮੂਰਤੀ ਨੂੰ ਮਿਲਣ ਆਇਆ. ਦੁਪਹਿਰ ਵੇਲੇ ਇੱਕ ਆਦਮੀ ਜਿਸ ਦੀ ਉਮਰ 35 ਸਾਲ, ਪਲੰਪ, ਮੋਟਾ, ਵਿਦ ਅ ਬੋਲਡ ਹੈਡ, ਗੰਜਾ ਐਂਡ ਮੋਡਰੇਟਲੀ ਡਰੈਸਡ, ਜਿਸ ਦੇ ਸਧਾਰਨ ਜਿਹੇ ਕੱਪੜੇ ਪਾਏ ਹੋਏ ਸੀ, was waiting for me in the office. ਆਫਿਸ ਦੇ ਵਿੱਚ ਮੇਰਾ ਇੰਤਜ਼ਾਰ ਕਰ ਰਿਹਾ ਸੀ. In his hand was the CD with the software. ਉਸ ਦੇ ਹੱਥ 'ਚ ਕੀ ਸੀ? ਲੇਟੈਸਟ ਸੌਫਟਵੇਅਰ ਵਾਲੀ ਇੱਕ CD ਸੀ. I could not place him though he seemed familiar. ਪਲੇਸ ਹਿਮ ਦਾ ਮਤਲਬ ਪਛਾਣਨਾ. ਮੈਂ ਉਸਨੂੰ ਪਛਾਣ ਨਹੀਂ ਪਾਈ, ਹਾਲਾਂਕਿ ਉਹ ਦੇਖਣ ਦੇ ਵਿੱਚ ਫੈਮਲੀਅਰ ਲੱਗ ਰਿਹਾ ਸੀ. ਮੈਨੂੰ ਲੱਗ ਰਿਹਾ ਸੀ ਕਿ ਜਾਣਿਆ ਪਛਾਣਿਆ, ਪਰ ਮੈਂ ਪਛਾਣ ਨਹੀਂ ਪਾਈ. ਹੀ ਸਮਾਈਲਡ ਐਟ ਮੀ ਐਂਡ ਸੈਡ. ਉਹ ਮੁਸਕਰਾਇਆ ਔਰ ਉਸਨੇ ਕਿਹਾ, ਮੈਡਮ ਕੈਨ ਯੂ ਰਿਕਗਨਾਈਜ਼ ਮੀ. ਰਿਕਗਨਾਈਜ਼ ਹੁੰਦਾ ਬੇਟੇ ਪਛਾਣਨਾ. ਮੈਡਮ ਕੀ ਤੁਸੀਂ ਮੈਨੂੰ ਪਛਾਣ ਸਕਦੇ ਹੋ? You may not, because how can you remember all your students? ਹੋ ਸਕਦਾ ਤੁਸੀਂ ਮੈਨੂੰ ਨਾ ਪਛਾਣੋ. ਤੁਸੀਂ ਕਿਵੇਂ ਆਪਣੇ ਸਾਰੇ ਦੇ ਸਾਰੇ ਵਿਦਿਆਰਥੀਆਂ ਨੂੰ ਪਛਾਣ ਸਕਦੇ ਹੋ? ਕਈਆਂ ਨੂੰ ਤੁਸੀਂ ਭੁੱਲ ਜਾਂਦੇ ਹੋਵੋਗੇ. From a window you can see the outside world, but from the outside world you cannot see all that is inside. ਤੁਸੀਂ ਇੱਕ ਖਿੜਕੀ 'ਚੋਂ ਬਾਹਰ ਦਾ ਸਾਰਾ ਸੰਸਾਰ ਦੇਖ ਸਕਦੇ ਹੋ, ਪਰ ਬਾਹਰ ਖੜੇ ਹੋ ਕੇ ਖਿੜਕੀ ਦੇ ਅੰਦਰ ਸਾਰਾ ਕੁਝ ਨਹੀਂ ਵੇਖ ਸਕਦੇ. I like this analogy and was sure he was my student. ਮੈਨੂੰ ਇਹ ਉਸ ਦੀ ਗੱਲ ਬੜੀ ਵਧੀਆ ਲੱਗੀ ਜਿਹੜੀ ਉਹਨੇ ਖਿੜਕੀ ਤੇ ਬਾਹਰ ਵਾਲੇ ਸੰਸਾਰ ਬਾਰੇ ਕੀਤੀ. ਮੈਨੂੰ ਇਹ ਪਸੰਦ ਆਈ ਅਤੇ ਇੱਥੋਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਮੇਰਾ ਸਟੂਡੈਂਟ ਹੈ. ਬਿਕੋਜ਼ ਆਈ ਓਫਨ ਯੂਜ਼ ਦਿਸ ਫਰੇਜ਼ ਇਨ ਮਾਈ ਕਲਾਸ, ਕਿਉਂਕਿ ਮੈਂ ਆਪਣੀ ਕਲਾਸ ਵਿੱਚ ਆਮ ਤੌਰ 'ਤੇ ਸ਼ਬਦ ਬੋਲਦੀ ਹੁੰਦੀ ਸੀ. ਸਟਿਲ ਆਈ ਕੁਡ ਨਾਟ ਗੈਸ ਹੂ ਹੀ ਵਾਜ਼. ਫਿਰ ਵੀ ਮੈਨੂੰ ਯਾਦ ਨਹੀਂ ਆਇਆ ਉਹ ਕੌਣ ਸੀ. ਮੈਡਮ ਆਈ ਵਾਜ਼ ਅ ਪਰਪੈਚੁਅਲ ਲੇਟ ਕਮਰ ਆਫ ਯੋਰ ਕਲਾਸ. ਮੈਡਮ ਮੈਂ ਲਗਾਤਾਰ ਤੁਹਾਡੀ ਕਲਾਸ ਵਿੱਚ ਲੇਟ ਆਉਣ ਵਾਲੇ ਵਿਦਿਆਰਥੀਆਂ ਸੀ. ਦੈਟਸ ਵੈਨ ਦਾ ਕੋਇਨ ਡਰੋਪਡ. ਇਸ ਦਾ ਮਤਲਬ ਕੋਇਨ ਡਰੋਪਡ ਮਤਲਬ ਯਾਦ ਆ ਗਿਆ. ਅੱਛਾ, ਇਸ ਗੱਲ 'ਤੇ ਆ ਕੇ ਮੈਨੂੰ ਫਿਰ ਯਾਦ ਆ ਗਿਆ. ਹਾਈ ਹਸਨ, ਹਾਊ ਆਰ ਯੂ. ਮੈਂ ਪਛਾਣ ਗਈ ਕਿ ਉਹ ਹਸਨ ਹੈ. ਮੈਂ ਕਿਹਾ ਹਸਨ ਤੁਸੀਂ ਕਿਵੇਂ ਹੋ? ਇਟ ਹੈਜ਼ ਬੀਨ ਅ ਲੌਂਗ ਟਾਈਮ ਸਿੰਸ ਆਈ ਮੈਟ ਯੂ. ਬਹੁਤ ਟਾਈਮ ਹੋ ਗਿਆ ਤੁਹਾਨੂੰ ਮਿਲੇ ਹੋਏ. ਆਈ ਵਾਜ਼ ਵੈਰੀ ਹੈਪੀ ਟੂ ਸੀ ਹਿਮ. ਉਸਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ. ਮੈਡਮ ਆਈ ਐਮ ਫਾਈਨ ਐਂਡ ਰਿਮੈਂਬਰ ਮੈਨੀ ਆਫ ਯੋਰ ਲੈਸਨਸ. ਮੈਮ ਮੈਂ ਬਿਲਕੁਲ ਠੀਕ ਹਾਂ ਔਰ ਮੈਨੂੰ ਤੁਹਾਡੇ ਬਹੁਤ ਸਾਰੇ ਲੈਸਨਸ ਯਾਦ ਨੇ. ਇਜ਼ ਇਟ ਡੇਟਾਬੇਸ ਮੈਨੇਜਮੈਂਟ ਔਰ ਸੀ ਔਰ ਪਾਸਕਲ. ਮੇਰੇ ਕਿਹੜੇ ਲੈਸਨ ਤੁਹਾਨੂੰ ਯਾਦ ਨੇ ਜੀ? ਡੇਟਾਬੇਸ ਮੈਨੇਜਮੈਂਟ ਵਾਲੇ, ਸੀ ਵਾਲੇ ਜਾਂ ਪਾਸਕਲ ਵਾਲੇ? ਸੋ ਟੈਕਨੀਕਲੀ ਲੈਸਨਸ ਬਾਰੇ ਸੋਚ ਰਹੇ ਨੇ ਸੁਧਾ ਮੂਰਤੀ. ਨਨ ਆਫ ਦ ਸੋਫਟਵੇਅਰ ਮੈਡਮ, ਆਈ ਰਿਮੈਂਬਰ ਦ ਮੋਰਲ ਲੈਸਨਸ. ਮੈਡਮ ਮੈਂ ਇਹਨਾਂ 'ਚੋਂ ਕਿਸੇ ਸੋਫਟਵੇਅਰ ਦੀ ਗੱਲ ਨਹੀਂ ਕਰ ਰਿਹਾ. ਮੈਂ ਉਹ ਚੰਗੀਆਂ ਗੱਲਾਂ ਦੀ, ਨੇਕ ਗੱਲਾਂ ਦੀ ਗੱਲ ਕਰ ਰਿਹਾ ਜੋ ਤੁਸੀਂ ਮੈਨੂੰ ਸਿਖਾਈਆਂ ਨੇ. ਆਈ ਡਿਡ ਨਾਟ ਨੋ ਵਾਟ ਮੋਰਲ ਲੈਸਨਸ ਆਈ ਹੈਡ ਥਾਟ. ਮੈਨੂੰ ਨਹੀਂ ਯਾਦ ਮੈਂ ਕਦੇ ਉਸਨੂੰ ਐ ਬਿਠਾ ਕੇ ਮੋਰਲ ਲੈਸਨਸ ਦਿੱਤੇ ਹੋਣ. ਤੋ ਆਈ ਡੂ ਟੈਲ ਸਮ ਸਟੋਰੀਜ਼ ਡਿਊਰਿੰਗ ਮਾਈ ਲੈਕਚਰਸ ਔਨ ਕੰਪਿਊਟਰ ਸੋਫਟਵੇਅਰ. ਪਰ ਮੈਨੂੰ ਇੰਨਾ ਯਾਦ ਹੈ ਕਿ ਆਮ ਤੌਰ 'ਤੇ ਕੰਪਿਊਟਰ ਸੋਫਟਵੇਅਰ ਦੀ ਕਲਾਸ ਦੇ ਵਿੱਚ ਹੀ ਆਪਣੇ ਲੈਕਚਰ ਦੇ ਦੌਰਾਨ ਮੈਂ ਉਹਨਾਂ ਨੂੰ ਕਈ ਵਾਰੀ ਸਟੋਰੀਜ਼ ਸੁਣਾ ਦਿੰਦੀ ਹੁੰਦੀ ਸੀ ਜਿਸ ਤੋਂ ਉਹਨਾਂ ਨੂੰ ਕੁਝ ਸਿੱਖਿਆ ਮਿਲੇ. ਹਸਨ, ਵਾਟ ਆਰ ਯੂ ਡੂਇੰਗ ਨਾਓ? ਹਸਨ ਹੁਣ ਤੁਸੀਂ ਕੀ ਕਰਦੇ ਹੋ? ਨਾਓ ਹਿਜ਼ ਫੇਸ ਬਿਕਮ ਅ ਲਿਟਲ ਪੇਲ. ਹੁਣ ਉਸਦਾ ਚਿਹਰਾ ਥੋੜ੍ਹਾ ਪੀਲਾ ਪੈ ਗਿਆ. ਇਸ ਦਾ ਮਤਲਬ ਉਹ ਉਦਾਸ ਹੋ ਗਿਆ. ਮੈਡਮ ਆਈ ਐਮ ਸੈਲਿੰਗ ਦਿਸ ਸੋਫਟਵੇਅਰ ਵਿਚ ਇਜ਼ ਯੂਜ਼ਡ ਇਨ ਟੀਚਿੰਗ ਮੈਥਸ, ਫਿਜ਼ਿਕਸ ਐਂਡ ਕੈਮਿਸਟਰੀ. ਮੈਡਮ ਮੈਂ ਸੋਫਟਵੇਅਰ ਸੀਡੀਜ਼ ਵੇਚ ਰਿਹਾ ਜਿਸ ਨੂੰ ਅਸੀਂ ਹਿਸਾਬ ਪੜ੍ਹਾਉਣ, ਭੌਤਿਕ ਵਿਗਿਆਨ ਪੜ੍ਹਾਉਣ ਜਾਂ ਰਸਾਇਣ ਵਿਗਿਆਨ ਪੜ੍ਹਾਉਣ 'ਚ ਇਸਤੇਮਾਲ ਕਰ ਸਕਦੇ ਹਾਂ. ਇਟ ਇਜ਼ ਆਫ ਹੈਲਪ ਟੂ ਬੋਥ ਟੀਚਰਸ ਐਂਡ ਸਟੂਡੈਂਟਸ. ਇਹਨਾਂ ਸੀਡੀਜ਼ ਦਾ ਫਾਇਦਾ ਦੋਵਾਂ ਨੂੰ ਹੋਏਗਾ, ਵਿਦਿਆਰਥੀਆਂ ਨੂੰ ਵੀ ਅਤੇ ਅਧਿਆਪਕਾਂ ਨੂੰ ਵੀ. I know your foundation helps a lot in education at the high school level.
ਮੈਂ ਸੁਣਿਆ ਹੈ ਕਿ ਤੁਹਾਡੀ ਜੋ ਸੰਸਥਾ ਹੈ ਫਾਊਂਡੇਸ਼ਨ ਹੈ ਉਹ ਹਾਈ ਸਕੂਲ ਲੈਵਲ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਬਹੁਤ ਯੋਗਦਾਨ ਪਾ ਰਹੀ ਹੈ। ਆਈ ਥੋਟ ਇਟ ਮੇ ਬੀ ਆਫ ਸਮ ਇੰਟਰਸਟ ਟੂ ਯੂ। ਇਸ ਲਈ ਮੈਂ ਸੋਚਿਆ ਕਿ ਸ਼ਾਇਦ ਤੁਸੀਂ ਇਸ ਦੇ ਵਿੱਚ ਜ਼ਰੂਰ ਦਿਲਚਸਪੀ ਲਓਗੇ। ਹਸਨ, what did you do for so many years? ਹਸਨ, ਤੁਸੀਂ ਇੰਨੇ ਸਾਲ ਕੀ ਕਰਦੇ ਰਹੇ? I knew all his classmates by this time were in a very high positions in the software industry. ਮੈਂ ਇਸ ਲਈ ਪੁੱਛ ਰਹੀ ਸੀ ਕਿਉਂਕਿ ਮੈਂ ਜਾਣਦੀ ਸੀ ਉਸ ਦੇ ਨਾਲ ਦੇ ਬਹੁਤ ਸਾਰੇ ਉਸ ਦੇ ਬੈਚ ਦੇ ਬੱਚੇ ਸੀ ਜਿਹੜੇ ਉਹ ਸੌਫਟਵੇਅਰ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਚਲੇ ਗਏ ਸੀ। ਹਸਨ ਬੀਇੰਗ ਅ ਬ੍ਰਾਈਟ ਸਟੂਡੈਂਟ ਸ਼ੁੱਡ ਹੈਵ ਡੈਫੀਨੇਟਲੀ ਡਨ ਵੈਲ। ਮੈਂ ਤਾਂ ਸੋਚਦੀ ਸੀ ਕਿ ਹਸਨ ਬ੍ਰਾਈਟ ਸੀ ਉਹਨਾਂ ਸਾਰਿਆਂ 'ਚੋਂ, ਤਾਂ ਉਹ ਤਾਂ ਸਭ ਤੋਂ ਹੀ ਜ਼ਿਆਦਾ ਵੱਡੀ ਪੋਸਟ 'ਤੇ ਬੈਠਾ ਹੋਣਾ। Yet on the contrary, he seemed to be doing a small job of selling high school software door to door. On the contrary ਮਤ ਇਸ ਦੇ ਉਲਟ, ਫਿਰ ਵੀ ਇਸ ਦੇ ਉਲਟ ਮੈਂ ਕੀ ਦੇਖਿਆ ਕਿ ਉਹ ਤਾਂ ਇੱਕ ਛੋਟਾ ਜਿਹਾ ਕੰਮ ਕਰ ਰਿਹਾ, ਦਰ ਦਰ ਜਾ ਕੇ ਉਹ ਸੌਫਟਵੇਅਰ ਦੀਆਂ ਸੀਡੀਜ਼ ਵੇਚੀ ਜਾ ਰਿਹਾ। ਬੱਚਿਓ, ਹੁਣ ਤੁਸੀਂ ਧਿਆਨ ਨਾਲ ਗੱਲ ਸੁਣੋ। ਕਿਉਂ ਇਹ ਚੈਪਟਰ ਤੇ ਸਾਰੇ ਟੀਚਰਸ ਕਹਿੰਦੇ ਨੇ ਕਿ ਸਿਰਫ ਮਾਰਕਸ ਜ਼ਰੂਰੀ ਨਹੀਂ, ਲਾਈਫ ਦੇ ਵਿੱਚ ਡਿਸਿਪਲਨ ਤੇ ਨੌਲੇਜ ਜ਼ਰੂਰੀ ਹੈ। ਇਹ ਸਾਰੇ ਹੁਣ ਜੋ ਆਉਣ ਵਾਲੇ ਸ਼ਬਦ ਨੇ ਹਸਨ ਦੇ, ਉੱਥੋਂ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ। ਓਕੇ ਮੈਡਮ, ਯੂ ਨੋ ਆਈ ਵਾਜ਼ ਵੈਰੀ ਇਰੈਗੂਲਰ ਇਨ ਕਾਲਜ। ਮੈਡਮ, ਤੁਹਾਨੂੰ ਪਤਾ ਹੈ ਮੈਂ ਕਾਲਜ ਦੇ ਵਿੱਚ ਰੋਜ਼ ਨਹੀਂ ਆਉਂਦਾ ਸੀ। ਦ ਸੇਮ ਹੈਬਿਟ ਕੰਟੀਨਿਊਡ ਈਵਨ ਆਫਟਰ ਮਾਈ ਗ੍ਰੈਜੂਏਸ਼ਨ। ਕਾਲਜ ਖਤਮ ਕਰਨ ਤੋਂ ਬਾਅਦ ਵੀ, ਆਪਣੀ ਸਨਾਤਕ ਡਿਗਰੀ ਲੈਣ ਤੋਂ ਬਾਅਦ ਵੀ ਮੇਰੀ ਇਹ ਆਦਤ ਉਵੇਂ ਹੀ ਚੱਲਦੀ ਰਹੀ। ਆਈ ਵੁੱਡ ਗੈਟ ਅਪ ਲੇਟ, ਮੈਂ ਹਮੇਸ਼ਾ ਲੇਟ ਉੱਠਦਾ ਐਂਡ ਵਾਜ਼ ਵੈਰੀ ਲੇਜ਼ੀ, ਅਤੇ ਹਮੇਸ਼ਾ ਸੁਸਤ ਬਣਿਆ ਰਹਿੰਦਾ। ਮਾਈ ਮਦਰ ਵੁੱਡ ਲੂਜ਼ ਹਰ ਟੈਂਪਰ ਐਂਡ ਪੀਸ ਆਫ ਮਾਈਂਡ। ਮੇਰੀ ਮਾਂ ਨਾਰਾਜ਼ ਹੁੰਦੀ, ਉਹ ਅਸ਼ਾਂਤ ਹੋ ਜਾਂਦੀ। ਆਈ ਡਿਡ ਨਾਟ ਬੋਦਰ, ਮੈਨੂੰ ਕੋਈ ਫਰਕ ਨਾ ਪੈਂਦਾ। ਆਈ ਟੁੱਕ ਹਰ ਫॉर ਗ੍ਰਾਂਟਿਡ, ਮੈਂ ਆਪਣੀ ਮਾਂ ਦੀ ਦਿਆਲੁਤਾ ਦਾ ਨਜਾਇਜ਼ ਫਾਇਦਾ ਉਠਾਉਂਦਾ ਸੀ। ਆਫਟਰ ਅ ਲੋਟ ਆਫ ਪ੍ਰੈਸ਼ਰ ਫਰੋਮ ਮਾਈ ਪੇਰੈਂਟਸ ਆਈ ਟੁੱਕ ਅਪ ਅ ਜੋਬ। ਮੇਰੇ ਮਾਤਾ ਪਿਤਾ ਨੇ ਜਦੋਂ ਬਹੁਤ ਜ਼ੋਰ ਪਾਇਆ ਤਾਂ ਮੈਂ ਇੱਕ ਨੌਕਰੀ ਕਰਨੀ ਸ਼ੁਰੂ ਕਰਤੀ। ਬਟ ਆਈ ਕੰਟੀਨਿਊਡ ਵਿਦ ਦ ਸੇਮ ਹੈਬਿਟ ਆਫ ਗੋਇੰਗ ਲੇਟ ਟੂ ਆਫਿਸ, ਨਾਟ ਕੀਪਿੰਗ ਅਪੋਇੰਟਮੈਂਟਸ ਐਂਡ ਨਾਟ ਬੀਇੰਗ ਰਿਸਪੋਂਸਿਬਲ। ਲੇਕਿਨ ਫਿਰ ਵੀ ਮੇਰੀਆਂ ਉਹੀ ਆਦਤਾਂ ਰਹੀਆਂ, ਆਫਿਸ ਲੇਟ ਜਾਣਾ, ਸਵੇਰੇ ਲੇਟ ਉੱਠਣਾ, ਅਪੋਇੰਟਮੈਂਟਸ ਮੇਰੀਆਂ ਮਿਸ ਹੋ ਜਾਂਦੀਆਂ ਸੀ, ਲੋਕਾਂ ਨੂੰ ਟਾਈਮ ਦੇ ਕੇ ਮੈਂ ਪਹੁੰਚ ਨਹੀਂ ਪਾਉਂਦਾ ਸੀ, ਔਰ ਮੈਂ ਜ਼ਿੰਮੇਵਾਰ ਨਹੀਂ ਸੀ। ਰਿਸਪੋਂਸਿਬਲ ਮਤਲਬ ਜ਼ਿੰਮੇਵਾਰ। ਆਈ ਡਿਡ ਨਾਟ ਹੈਵ ਦ ਪ੍ਰੋਪਰ ਨੌਲੇਜ ਆਲਸੋ, ਮੈਨੂੰ ਕੋਈ ਖਾਸ ਗਿਆਨ ਵੀ ਨਹੀਂ ਸੀ। ਇਨ ਕਾਲਜ ਆਈ ਹਾਰਡਲੀ ਸਟੱਡੀਡ, ਕਾਲਜ ਦੇ ਵਿੱਚ ਤਾਂ ਮੈਂ ਬਹੁਤ ਹੀ ਘੱਟ ਪੜ੍ਹਦਾ ਸੀ। ਗੈਟਿੰਗ ਅ ਫਸਟ ਕਲਾਸ ਇਨ ਦ ਐਗਜ਼ਾਮੀਨੇਸ਼ਨ ਇਜ਼ ਨਾਟ ਐਨ ਇੰਡੈਕਸ ਆਫ ਦ ਅਮਾਊਂਟ ਆਫ ਨੌਲੇਜ ਵਨ ਹੈਜ਼। ਹੁਣ ਹਸਨ ਇੱਕ ਬੜੀ ਇੰਪੋਰਟੈਂਟ ਗੱਲ ਕਰ ਰਿਹਾ ਕਿ ਅਗਰ ਕੋਈ ਪੇਪਰਾਂ ਦੇ ਵਿੱਚ ਜਾਂ ਟੈਸਟ ਦੇ ਵਿੱਚ ਫਸਟ ਕਲਾਸ ਨੰਬਰ ਲੈ ਲੈਂਦਾ, ਇੱਥੋਂ ਇਹ ਨਹੀਂ ਪਤਾ ਲੱਗਦਾ ਕਿ ਉਸ ਕੋਲ ਗਿਆਨ ਬਹੁਤ ਹੈ। ਆਈ ਵੁੱਡ ਸਟੱਡੀ ਜਸਟ ਬਿਫੋਰ ਦ ਐਗਜ਼ਾਮਸ। ਮੈਂ ਕੀ ਕਰਦਾ ਸੀ, ਮੈਂ ਸਿਰਫ ਪੇਪਰਾਂ ਤੋਂ ਪਹਿਲਾਂ ਪੜ੍ਹਦਾ ਸੀ। ਗੈਸ ਦ ਪ੍ਰੋਬੇਬਲ ਕੁਐਸਚਨਸ, ਜਿਹੜੇ ਜਿਹੜੇ ਮਹੱਤਵਪੂਰਨ ਪ੍ਰਸ਼ਨ ਮੈਨੂੰ ਲੱਗਦੇ ਸੀ ਆ ਜਾਣਗੇ, ਮੈਂ ਉਹਨਾਂ ਨੂੰ ਗੈਸ ਕਰ ਲੈਂਦਾ ਸੀ, ਉਹਨਾਂ ਦਾ ਅੰਦਾਜ਼ਾ ਲਾ ਲੈਂਦਾ ਸੀ। ਸਕਿਪ ਦ ਚੈਪਟਰਸ, ਪੂਰਾ ਪਾਠ ਤਾਂ ਪੜ੍ਹਦਾ ਨਹੀਂ ਸੀ, ਬਸ ਮਹੱਤਵਪੂਰਨ ਪ੍ਰਸ਼ਨ ਪੜ੍ਹ ਲੈਂਦਾ ਸੀ। ਆਈ ਆਲਵੇਜ਼ ਥੋਟ ਆਈ ਕੁਡ ਸਮ ਹਾਓ ਮੇਕ ਇਟ ਲੇਟਰ, ਮੈਂ ਹਮੇਸ਼ਾ ਸੋਚਦਾ ਸੀ ਕਿ ਚਲੋ ਬਾਅਦ 'ਚੋਂ ਪੜ੍ਹਾਂਗੇ, ਬਟ ਵਿਦਾਊਟ ਪ੍ਰੋਪਰ ਨੌਲੇਜ ਇਟ ਇਜ਼ ਡਿਫੀਕਲਟ ਟੂ ਵਰਕ। ਲੇਕਿਨ ਜਦੋਂ ਮੈਂ ਇਹੋ ਜਿਹੀ ਡਿਗਰੀ ਲੈ ਕੇ ਕੰਮ 'ਚ ਗਿਆ, ਜੋਬ 'ਚ ਗਿਆ, ਤਾਂ ਨੌਲੇਜ ਤੋਂ ਬਿਨਾਂ ਜੋਬ 'ਚ ਕੰਮ ਕਰਨਾ ਔਖਾ ਹੋ ਗਿਆ। ਆਈ ਆਲਵੇਜ਼ ਲਾਫਡ ਐਟ ਦੋਜ਼ ਹੂ ਵਰ ਹਾਰਡ ਵਰਕਰਸ, ਮੈਂ ਮਿਹਨਤੀ ਲੋਕਾਂ ਦਾ ਅੱਜ ਤੱਕ ਮਜ਼ਾਕ ਹੀ ਉਡਾਇਆ ਸੀ। ਆਈ ਯੂਜ਼ ਟੂ ਮੇਕ ਫਨ ਆਫ ਦੈਮ ਐਂਡ ਕਾਲ ਦੈਮ ਨਰਡਸ, ਮੈਂ ਸਾਰੇ ਹੀ ਹਾਰਡ ਵਰਕਰਸ ਨੂੰ, ਸਾਰੇ ਹੀ ਮਿਹਨਤੀ ਲੋਕਾਂ ਨੂੰ ਨਰਡਸ ਕਹਿੰਦਾ ਸੀ, ਬੋਰਿੰਗ ਪੀਪਲ ਕਹਿੰਦਾ ਸੀ ਕਿ ਤੁਸੀਂ ਤਾਂ ਸਾਰੇ ਬਹੁਤ ਹੀ ਨੀਰਸ ਲੋਕ ਹੋ। ਟੂਡੇ ਦੋਜ਼ ਨਰਡਸ ਹੈਵ ਬਿਕਮ ਮਿਲੀਅਨਰਸ, ਲੇਕਿਨ ਮੈਂ ਗਲਤ ਸੀ ਕਿਉਂਕਿ ਅੱਜ ਉਹੀ ਬੋਰਿੰਗ ਲੋਕ ਕਰੋੜਪਤੀ ਬਣ ਚੁੱਕੇ ਸੀ। ਨੋਬਡੀ ਲਾਈਕਡ ਮੀ ਇਨ ਦ ਆਫਿਸ ਬਿਕੋਜ਼ ਆਫ ਮਾਈ ਬਿਹੇਵੀਅਰ, ਕਿਉਂਕਿ ਮੈਂ ਲੇਜ਼ੀ ਰਹਿੰਦਾ ਸੀ, ਚਿੜਚਿੜਾ ਰਹਿੰਦਾ ਸੀ। ਦਫ਼ਤਰ ਦੇ ਵਿੱਚ ਕਿਸੇ ਨੂੰ ਮੇਰਾ ਵਿਵਹਾਰ ਪਸੰਦ ਨਹੀਂ ਆਉਂਦਾ ਸੀ। ਨੋ ਐਮਪਲੋਇਰ ਵੁੱਡ ਕੀਪ ਸਚ ਐਨ ਐਮਪਲੋਈ, ਕੋਈ ਵੀ ਮਾਲਿਕ ਅਜਿਹੇ ਨੌਕਰ ਨੂੰ ਨਹੀਂ ਰੱਖੇਗਾ। ਐਂਡ ਆਈ ਲੋਸਟ ਵਟ ਐਵਰ ਜੋਬ ਆਈ ਟੁੱਕ ਅਪ, ਇਸ ਲਈ ਜੋ ਵੀ ਮੈਂ ਜੋਬ ਕਰਦਾ ਉਹ ਮੇਰੀ ਜੋਬ ਚਲੀ ਜਾਂਦੀ। ਇਨ ਮਾਈ ਫਰਸਟ੍ਰੇਸ਼ਨ ਆਈ ਸਟਾਰਟਿਡ ਕੋਲਿੰਗ ਐਟ ਆਫਿਸ ਐਜ਼ ਵੈਲ ਐਜ਼ ਐਟ ਹੋਮ। ਹੌਲੀ ਹੌਲੀ ਚਿੜਚਿੜਾ ਹੁੰਦੇ ਹੁੰਦੇ ਮੈਂ ਘਰ ਵਿੱਚ ਅਤੇ ਦਫ਼ਤਰ ਵਿੱਚ ਸਾਰਿਆਂ ਨਾਲ ਲੜਨ ਲੱਗਾ। ਫਾਈਨਲੀ ਮਾਈ ਫਾਦਰ ਗੋਟ ਸੋ ਫੈਡ ਅਪ, ਹੀ ਟੋਲਡ ਮੀ ਟੂ ਸਟੇ ਸੈਪਰੇਟਲੀ। ਅੰਤ 'ਚ ਮੇਰੇ ਪਿਤਾ ਜੀ ਇੰਨੇ ਅੱਕ ਗਏ, ਉਹ ਕਹਿੰਦੇ ਕਿ ਬਈ ਤੂੰ ਅਲੱਗ ਰਿਹਾ ਕਰ। ਹੀ ਆਲਵੇਜ਼ ਗੇਵ ਮੀ ਅ ਲੋਟ ਆਫ ਫਰੀਡਮ,
ਮੇਰੇ ਪਿਤਾ ਜੀ ਨੇ ਹਮੇਸ਼ਾ ਮੈਨੂੰ ਬਹੁਤ ਆਜ਼ਾਦੀ ਦਿੱਤੀ, ਬਟ ਆਈ ਨੈਵਰ ਪਿਕਡ ਅਪ ਮਾਈ ਓਨ ਗੁੱਡ ਹੈਬਿਟਸ। ਲੇਕਿਨ ਮੈਂ ਕਦੇ ਵੀ ਚੰਗੀਆਂ ਆਦਤਾਂ ਸ਼ਾਮਿਲ ਨਹੀਂ ਕੀਤੀਆਂ ਆਪਣੇ ਵਿਵਹਾਰ 'ਚ। ਮਾਈ ਸਟੇਟ ਟੂਡੇ ਇਜ਼ ਦ ਰਿਜ਼ਲਟ ਆਫ ਮਾਈ ਓਨ ਹੈਬਿਟਸ। ਇਸ ਲਈ ਅੱਜ ਮੈਂ ਜਿਸ ਵੀ ਬੁਰੀ ਹਾਲਤ ਵਿੱਚ ਹਾਂ, ਉਸ ਦੇ ਲਈ ਜ਼ਿੰਮੇਵਾਰ ਹੈ ਮੇਰੀਆਂ ਹੀ ਬੁਰੀਆਂ ਆਦਤਾਂ। ਆਈ ਫੈਲਟ ਸੋਰੀ ਫॉर ਹਸਨ। ਸੁਧਾ ਮੂਰਤੀ ਕਹਿੰਦੇ ਕਿ ਮੈਂ ਹਸਨ ਲਈ ਬਹੁਤ ਹੀ ਦੁੱਖ ਮਹਿਸੂਸ ਕੀਤਾ। ਹੂ ਵਿਦ ਆਲ ਹਿਜ਼ ਇੰਟੈਲੀਜੈਂਸ ਐਂਡ ਗੁੱਡ ਨੇਚਰ ਕੁਡ ਨਾਟ ਮੇਕ ਇਟ। ਜੋ ਕਿ ਆਪਣੀ ਇੰਟੈਲੀਜੈਂਸ ਦੇ ਬਾਵਜੂਦ, ਬੁੱਧੀ ਦੇ ਬਾਵਜੂਦ, ਗੁੱਡ ਨੇਚਰ, ਚੰਗੇ ਸੁਭਾਅ ਦੇ ਬਾਵਜੂਦ ਵੀ ਜ਼ਿੰਦਗੀ ਸਫਲ ਨਹੀਂ ਹੋ ਸਕਿਆ। ਹਸਨ, ਯੂ ਨਿਊ ਯੋਰ ਫਾਲਟਸ। ਹਸਨ, ਤੁਹਾਨੂੰ ਆਪਣੇ ਦੋਸ਼ ਪਤਾ ਸੀ। ਯੂ ਕੁਡ ਹੈਵ ਇੰਪਰੂਵਡ। ਤੁਸੀਂ ਮਿਹਨਤ ਕਰਕੇ ਆਪਣੇ ਆਪ 'ਚ ਸੁਧਾਰ ਲਿਆ ਸਕਦੇ ਸੀ ਐਂਡ ਮੇਡ ਅ ਬੈਟਰ ਲਾਈਫ ਫॉर ਯੋਰ ਸੈਲਫ। ਅਤੇ ਆਪਣੀ ਜ਼ਿੰਦਗੀ ਵਧੀਆ ਬਣਾ ਸਕਦੇ ਸੀ। ਦੇਰ ਇਜ਼ ਆਲਵੇਜ਼ ਅ ਸਟਾਰਟ ਐਟ ਐਨੀ ਏਜ। ਕਿਸੇ ਮਰਜ਼ੀ ਉਮਰ ਦੇ ਵਿੱਚ ਅਸੀਂ ਆਪਣੇ ਆਪ 'ਚ ਸੁਧਾਰ ਸ਼ੁਰੂ ਕਰ ਸਕਦੇ ਹਾਂ। ਡੋਂਟ ਗੈਟ ਡਿਸਅਪੋਇੰਟਿਡ। ਇਸ ਤਰ੍ਹਾਂ ਆਪਣਾ ਦਿਲ ਨਾ ਹਾਰੋ। ਯੂ ਮੇ ਹੈਵ ਲੋਸਟ ਅ ਬੈਟਲ ਬਟ ਯੂ ਕੈਨ ਸਟਿਲ ਵਿਨ ਦ ਵਾਰ। ਹੋ ਸਕਦਾ ਤੁਸੀਂ ਇੱਕ ਲੜਾਈ ਹਾਰ ਗਏ, ਪਰ ਹਾਲੇ ਵੀ ਤੁਸੀਂ ਯੁੱਧ ਜਿੱਤ ਸਕਦੇ ਹੋ। ਮੈਡਮ, ਓਲਡ ਹੈਬਿਟਸ ਡਾਈ ਹਾਰਡ। ਫਿਰ ਉਹ ਆਪਣੇ ਵੱਲੋਂ ਤਰਕ ਦਿੰਦਾ ਹੈ ਕਿ ਮੈਡਮ, ਪੁਰਾਣੀਆਂ ਆਦਤਾਂ ਇੰਨੀ ਛੇਤੀ ਨਹੀਂ ਜਾਂਦੀਆਂ। ਬਟ ਹਸਨ, ਇਟ ਇਜ਼ ਪੋਸੀਬਲ ਟੂ ਚੇਂਜ ਯੋਰ ਹੈਬਿਟਸ। ਲੇਕਿਨ ਹਸਨ, ਇਹ ਸੰਭਵ ਹੈ ਕਿ ਤੁਸੀਂ ਆਪਣੀਆਂ ਆਦਤਾਂ ਬਦਲ ਦਿਓ। ਤੁਹਾਨੂੰ ਪਤਾ ਬੱਚਿਓ ਕਿ ਇੱਕ ਹੀ ਦਿਨ ਕੋਈ ਵੀ ਕੰਮ ਨਵੇਂ ਤਰੀਕੇ ਨਾਲ ਕਰਨ ਨਾਲ ਸਾਡੀ ਨਵੀਂ ਆਦਤ ਬਣ ਜਾਂਦੀ ਹੈ ਅਤੇ ਪੁਰਾਣੀ ਛੁੱਟ ਜਾਂਦੀ ਹੈ। ਦੇਰ ਇਜ਼ ਨਥਿੰਗ ਵਿਚ ਇਜ਼ ਇੰਪੋਸੀਬਲ। ਕੁਝ ਵੀ ਅਸੰਭਵ ਨਹੀਂ। ਯੂ ਓਨਲੀ ਰਿਕਵਾਇਰ ਵਿਲ ਪਾਵਰ। ਤਾਂ ਪੁਰਾਣੀ ਆਦਤ ਛੱਡ ਕੇ ਨਵੀਂ ਆਦਤ ਪਾਉਣ ਲਈ ਸਾਨੂੰ ਸਿਰਫ ਦ੍ਰਿੜ ਨਿਸ਼ਚੇ ਦੀ ਲੋੜ ਹੁੰਦੀ ਹੈ। ਯੂ ਆਰ ਯੋਰ ਸੈਲਫ ਨਾਟ ਅਵੇਅਰ ਆਫ ਯੋਰ ਪੋਟੈਂਸ਼ੀਅਲ। ਤੁਹਾਨੂੰ ਖੁਦ ਹੀ ਨਹੀਂ ਪਤਾ ਕਿ ਤੁਹਾਡੇ ਅੰਦਰ ਕਿੰਨੀ ਤਾਕਤ ਹੈ। Please remember, when elders say something, they do so because they want you to lead a better life than them. ਯਾਦ ਰੱਖੋ, ਜਦੋਂ ਵੀ ਕੋਈ ਵੱਡੇ ਤੁਹਾਨੂੰ ਕੁਝ ਕਹਿੰਦੇ ਆ, ਚਾਹੇ ਅਧਿਆਪਕ ਨੇ, ਚਾਹੇ ਮਾਤਾ ਪਿਤਾ, ਉਹ ਇਸ ਲਈ ਕਹਿੰਦੇ ਆ ਕਿਉਂਕਿ ਉਹ ਇਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਅੱਛੀ ਜ਼ਿੰਦਗੀ ਜਿਓ। ਐਕਸੀਲੈਂਸ ਡਜ਼ ਨਾਟ ਕਮ ਬਾਈ ਐਕਸੀਡੈਂਟ ਬਟ ਬਾਈ ਪ੍ਰੈਕਟਿਸ। ਇਸ ਲਈ ਜਿਹੜੀ ਐਕਸੀਲੈਂਸ ਹੁੰਦੀ ਹੈ, ਦੂਸਰਿਆਂ ਤੋਂ ਬਿਹਤਰ ਹੋਣ ਦੀ ਜਿਹੜੀ ਸ਼ਕਤੀ ਹੁੰਦੀ ਹੈ, ਉਹ ਕਦੇ ਵੀ ਦੁਰਘਟਨਾਵਸ਼ ਨਹੀਂ ਆ ਜਾਂਦੀ, ਉਹ ਅਭਿਆਸ ਨਾਲ ਹੀ ਆਉਂਦੀ ਹੈ। ਆਈ ਕੁਡ ਸੀ ਅ ਟਵਿੰਕਲ ਇਨ ਹਿਜ਼ ਆਈਜ਼। ਮੈਂ ਉਸਦੀਆਂ ਅੱਖਾਂ 'ਚ ਇੱਕ ਚਮਕ ਵੇਖੀ। ਟਵਿੰਕਲ ਮਤਲਬ ਚਮਕ, ਜਿਵੇਂ ਤਾਰੇ ਚਮਕਦੇ ਆ। ਆਈ ਥੋਟ ਆਈ ਸੌ ਅ ਗਲਿੰਪਸ ਆਫ ਅ ਯੰਗ ਬ੍ਰਾਈਟ ਹਸਨ। ਮੈਨੂੰ ਯਾਦ ਆਇਆ ਕਿ ਮੈਂ ਇੱਕ ਵਾਰ ਫੇਰ ਉਹ ਝਲਕ ਵੇਖ ਰਹੀ ਸੀ ਜਿਹੜਾ ਪਹਿਲਾਂ ਵਾਲਾ ਨੌਜਵਾਨ ਅਤੇ ਖੂਬਸੂਰਤ ਹੁਸ਼ਿਆਰ ਹਸਨ ਸੀ। I'll try my best, ma'am, he promised as he rose to leave. ਹਾਂ ਮੈਮ, ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰਾਂਗਾ, ਉਸਨੇ ਵਾਅਦਾ ਕੀਤਾ ਜਦੋਂ ਉੱਠ ਕੇ ਜਾਣ ਲੱਗਾ। ਰੋਜ਼ ਮਤਲਬ ਉੱਠ ਕੇ ਜਾਣਾ। I have not met Hassan since that day. ਉਸ ਦਿਨ ਤੋਂ ਅੱਜ ਤੱਕ ਮੈਂ ਹਸਨ ਨੂੰ ਨਹੀਂ ਮਿਲੀ। I hope to bump him unexpectedly once again. ਹੋ ਸਕਦਾ ਇੱਕ ਦਿਨ ਮੈਂ ਐਵੇਂ ਹੀ ਅਚਾਨਕ ਉਸਨੂੰ ਫੇਰ ਮਿਲ ਜਾਂ and this time find him happy and successful. ਅਤੇ ਹੋ ਸਕਦਾ ਇਸ ਵਾਰ ਮੈਂ ਉਸਨੂੰ ਬਹੁਤ ਖੁਸ਼ ਅਤੇ ਬਹੁਤ ਸਫਲ ਵੇਖਾਂ। My dear students, let's go through the different word meanings. H, make strong impression on one's mind, cut into the piece of glass. H ਹੁੰਦਾ ਕੋਈ ਚੀਜ਼ ਖੁਣੀ ਜਾਣਾ ਕਿਤੇ, ਖੁਦ ਜਾਣਾ ਕਿਸੇ ਉੱਤੇ। Affluent ਮਤਲਬ rich, ਮਤਲਬ ਅਮੀਰ। Apologetically, in the manner of saying sorry, ਮਾਫੀ ਮੰਗਦੇ ਹੋਏ। Accusingly, showing that you think somebody has done something wrong, ਜਦੋਂ ਅਸੀਂ ਕਿਸੇ ਦੋਸ਼ ਲਾਉਣ ਵਾਲੀ ਅਵਸਥਾ ਨਾਲ ਵੇਖਦੇ ਹਾਂ ਜਾਂ ਬੋਲਦੇ ਹਾਂ। Plump means having a soft round body, ਮੋਟਾ ਭਾਰੀ ਨਰਮ ਸਰੀਰ ਹੋਣਾ। Perpetual, it means continuous, ਮਤਲਬ ਲਗਾਤਾਰ। Nerd, a person who is boring, stupid or not fashionable. Nerd ਮਤਲਬ ਨੀਰਸ ਲੋਕ, boring ਲੋਕ। Glimpse, a look, ਇੱਕ ਝਲਕ। Bump into, to meet somebody by chance, ਅਚਾਨਕ ਕਿਸੇ ਨੂੰ ਮਿਲ ਪੈਣਾ, ਇਸ ਨੂੰ ਕਹਿੰਦੇ ਅਸੀਂ bump into. My dear students, this is the end of the part 2, and with the end of part 2 there is end of complete text of chapter 1 of section A, Hassan's attendance problem, written by Sudha Murthy. I hope you have understood the entire chapter. You should go through all the question answers and try to find the answers to all the questions. We will meet in the next video. Till then, take care, subscribe the channel and also hit the like button. Thank you. Have a nice time.